Hello everyone, this is Sakshi Agarwal from Malerkotla. I welcome you all on ਮਿਹਨਤੀ ਬੱਚੇ। ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਕੋਈ ਵੀ ਐਗਜ਼ਾਮ ਦੇ ਵਿੱਚ ਜਿਹੜੇ ਪ੍ਰੀਵੀਅਸ ਈਅਰ ਕੁਐਸਚਨਸ ਹੁੰਦੇ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਆ। ਸੋ ਇਹੀ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਆਪਾਂ ਨੇ PSSSB ਦੇ ਪ੍ਰੀਵੀਅਸ ਈਅਰ ਕੁਐਸਚਨਸ ਦੀ ਟੌਪਿਕ ਵਾਈਜ਼ ਸੀਰੀਜ਼ ਸਟਾਰਟ ਕੀਤੀ ਹੋਈ ਹੈ। ਸੋ ਅੱਜ ਇਸ ਲੈਕਚਰ ਦੇ ਵਿੱਚ ਆਪਾਂ ਬੇਸਿਕਸ ਆਫ ਕੰਪਿਊਟਰ ਜੋ ਕਿ IT ਦਾ ਪਾਰਟ ਹੈ ਉਹਦਾ ਪਾਰਟ 2 ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ ਵੀ ਇੱਕ ਪਾਰਟ ਦੇ ਵਿੱਚ ਕੁਐਸਚਨਸ ਡਿਸਕਸ ਹੋ ਚੁੱਕੇ ਹਨ। ਸੋ ਜਿਹੜੇ ਵੀ ਸਟੂਡੈਂਟਸ ਆਉਣ ਵਾਲੇ PSSB ਦੇ ਐਗਜ਼ਾਮਸ ਦੇ ਰਹੇ ਨੇ, ਸਪੈਸ਼ਲੀ ਪੰਜਾਬ ਪਟਵਾਰੀ ਦਾ ਐਗਜ਼ਾਮ, ਉਹਨਾਂ ਲਈ ਇਹ ਵੀਡੀਓ ਬਹੁਤ ਇੰਪੋਰਟੈਂਟ ਹੈ। ਸੋ ਅੱਛੇ ਤਰੀਕੇ ਨਾਲ ਇਹ ਕੁਐਸਚਨਸ ਨੂੰ ਜ਼ਰੂਰ ਦੇਖਿਓ। ਓਕੇ, ਨਾਲ ਹੀ ਤੁਹਾਨੂੰ ਚੈਨਲ ਉੱਪਰ ਪਟਵਾਰੀ ਐਗਜ਼ਾਮ ਨਾਲ ਰਿਲੇਟਡ ਸਟ੍ਰੈਟਜੀ ਵੀ ਮਿਲ ਜੂਗੀ। ਸਭ ਕੁਝ ਐਕਸਪਲੇਨ ਕੀਤਾ ਹੋਇਆ ਉਹਦੇ ਵਿੱਚ ਕਿ ਤੁਸੀਂ ਕਿਵੇਂ ਆਪਣੀ ਤਿਆਰੀ ਕਰ ਸਕਦੇ ਹੋ। ਸੋ ਵੀਡੀਓ ਨੂੰ ਜ਼ਰੂਰ ਦੇਖਿਓ। ਤੇ ਇਸ ਤੋਂ ਇਲਾਵਾ IT ਨੋਟਸ ਹੈ ਜਿਹੜੇ ਪਟਵਾਰੀ ਐਗਜ਼ਾਮ ਲਈ ਬਿਲਕੁਲ ਸਿਲੇਬਸ ਦੇ ਅਕੋਰਡਿੰਗ ਉਹ ਲਾਂਚ ਹੋ ਚੁੱਕੇ ਹਨ। ਸੋ ਤੁਸੀਂ ਇਹਦੀਆਂ ਡਿਟੇਲਸ WhatsApp ਜਾਂ ਈਮੇਲ ਕਰਕੇ ਲੈ ਸਕਦੇ ਹੋ। ਬਾਕੀ ਚੈਨਲ ਤੇ ਤੁਹਾਨੂੰ ਹੋਰ ਵੀ ਐਗਜ਼ਾਮਸ ਨਾਲ ਰਿਲੇਟਡ ਮਟੀਰੀਅਲ ਮਿਲ ਜੂਗਾ। ਸੋ ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ। ਸੋ ਸਟਾਰਟ ਕਰਦੇ ਹਾਂ ਅੱਜ ਦੀ ਡਿਸਕਸ਼ਨ। ਸਭ ਤੋਂ ਪਹਿਲਾਂ ਆਪਣੇ ਕੋਲ ਕੁਐਸਚਨ ਹੈ, ਇਨ ਵਿੰਡੋਜ਼ ਆਪਰੇਟਿੰਗ ਸਿਸਟਮ ਦ ਡਿਲੀਟ ਕਮਾਂਡ ਫॉर ਅ ਫਾਈਲ permanently delete the file, move the file to recycle bin, move the file to bin delete director ਜਾਂ transfer the file to another drive। ਕਹਿੰਦਾ ਜਦੋਂ ਵੀ ਆਪਾਂ ਵਿੰਡੋਜ਼ ਦੇ ਆਪਰੇਟਿੰਗ ਸਿਸਟਮ ਦੇ ਵਿੱਚ ਡਿਲੀਟ ਕਮਾਂਡ ਨੂੰ ਯੂਜ਼ ਕਰਦੇ ਹਾਂ ਤਾਂ ਕੀ ਚੀਜ਼ ਹੁੰਦੀ ਹੈ, ਜਿਹੜੀ ਫਾਈਲ ਹੈ ਉਹ ਪਰਮਾਨੈਂਟਲੀ ਡਿਲੀਟ ਹੋ ਜਾਂਦੀ ਹੈ, ਫਾਈਲ ਹੈ ਜਿਹੜੀ ਉਹ ਰਿਸਾਈਕਲ ਬਿਨ 'ਚ ਚਲੀ ਜਾਂਦੀ ਹੈ, ਜਿਹੜੀ ਫਾਈਲ ਹੈ ਉਹ ਵਿਨ ਡਿਲੀਟ ਡਾਇਰੈਕਟਰ 'ਚ ਚਲੀ ਜਾਂਦੀ ਹੈ, ਜਾਂ ਫਿਰ ਜਿਹੜੀ ਫਾਈਲ ਹੈ ਉਹ ਕਿਸੇ ਅਨਦਰ ਡਰਾਈਵ ਦੇ ਵਿੱਚ ਟਰਾਂਸਫਰ ਹੋ ਜਾਂਦੀ ਹੈ। ਸੋ ਇਹ ਕੁਐਸਚਨ ਦਾ ਆਨਸਰ ਕੀ ਆਏਗਾ? ਇਹਦਾ ਆਨਸਰ ਆਏਗਾ ਬੀ, ਦੈਟ ਇਜ਼ ਜਿਹੜੀ ਫਾਈਲ ਹੈ ਉਹ ਰਿਸਾਈਕਲ ਬਿਨ 'ਚ ਚਲੀ ਜਾਂਦੀ ਹੈ ਜਦੋਂ ਆਪਾਂ ਡਿਲੀਟ ਕਮਾਂਡ ਨੂੰ ਯੂਜ਼ ਕਰਦੇ ਹਾਂ। ਓਕੇ, ਅਗਰ ਤੁਸੀਂ ਡਿਲੀਟ ਪਲੱਸ ਸ਼ਿਫਟ ਕਰੋਗੇ ਤਾਂ ਜਿਹੜੀ ਫਾਈਲ ਆ ਉਹ ਪਰਮਾਨੈਂਟਲੀ ਡਿਲੀਟ ਹੋ ਜੂਗੀ, ਬਟ ਅਗਰ ਤੁਸੀਂ ਇਕੱਲਾ ਡਿਲੀਟ ਪ੍ਰੈਸ ਕਰੋਗੇ ਜਿਹੜੀ ਫਾਈਲ ਆ ਉਹ ਰਿਸਾਈਕਲ ਬਿਨ 'ਚ ਜਾਊਗੀ। ਓਕੇ, ਉੱਥੋਂ ਤੁਸੀਂ ਉਹ ਫਾਈਲ ਨੂੰ ਰਿਕਵਰ ਵੀ ਕਰ ਸਕਦੇ ਹੋ ਰਿਸਾਈਕਲ ਬਿਨ ਤੋਂ। ਸੋ ਹੁਣ ਇੱਥੇ ਤੁਹਾਨੂੰ ਇੱਕ ਵਰਡ ਨਜ਼ਰ ਆ ਰਿਹਾ ਹੋਊਗਾ, ਆਪਰੇਟਿੰਗ ਸਿਸਟਮ। ਆਪਰੇਟਿੰਗ ਸਿਸਟਮ ਨੂੰ ਆਪਾਂ ਲੇਮੈਨ ਲੈਂਗੁਏਜ 'ਚ ਪੜ੍ਹਦੇ ਹਾਂ ਕਿ ਆਪਰੇਟਿੰਗ ਸਿਸਟਮ ਦਾ ਮਤਲਬ ਕੀ ਹੁੰਦਾ ਹੈ। ਦੇਖੋ, ਜਿਹੜਾ ਆਪਰੇਟਿੰਗ ਸਿਸਟਮ ਹੁੰਦਾ ਉਹ ਇੱਕ ਐਸਾ ਸੌਫਟਵੇਅਰ ਹੁੰਦਾ ਹੈ ਜਿਹਦੀ ਹੈਲਪ ਦੇ ਨਾਲ ਆਪਾਂ ਜਿਹੜੇ ਛੋਟੇ ਛੋਟੇ ਹੋਰ ਸੌਫਟਵੇਅਰਸ ਹੁੰਦੇ ਆ ਉਹਨਾਂ ਨੂੰ ਆਪਰੇਟ ਕਰ ਪਾਉਂਦੇ ਹਾਂ। ਓਕੇ, ਹੁਣ ਸਪੋਜ਼ ਕਰੋ ਅਗਰ ਆਪਾਂ ਮੋਬਾਈਲ ਦੀ ਗੱਲ ਕਰੀਏ, ਸਪੋਜ਼ ਤੁਹਾਡੇ ਕੋਲ ਸੈਮਸੰਗ ਦਾ ਮੋਬਾਈਲ ਹੈ ਤੇ ਉਹਦੇ ਵਿੱਚ ਐਂਡਰੋਇਡ ਹੈ। ਓਕੇ, ਹੁਣ ਜਿਹੜਾ ਐਂਡਰੋਇਡ ਹੈ ਉਹ ਕੀ ਆ? ਤੁਹਾਡਾ ਆਪਰੇਟਿੰਗ ਸਿਸਟਮ। ਤੁਸੀਂ ਫੋਨ ਦੇ ਵਿੱਚ ਡਿਫਰੈਂਟ ਐਪਲੀਕੇਸ਼ਨਸ ਯੂਜ਼ ਕਰਦੇ ਹੋ, ਲਾਈਕ WhatsApp ਹੋ ਗਈ, ਟੈਲੀਗ੍ਰਾਮ ਹੋ ਗਈ। ਓਕੇ, ਸੋ ਤੁਸੀਂ ਇਹ ਜਿਹੜੀ ਐਪਲੀਕੇਸ਼ਨਸ ਹੈ ਇਹਨਾਂ ਨੂੰ ਕਿਉਂ ਯੂਜ਼ ਕਰ ਪਾ ਰਹੇ ਹੋ? ਡਿਊ ਟੂ ਆਪਰੇਟਿੰਗ ਸਿਸਟਮ, ਡਿਊ ਟੂ ਐਂਡਰੋਇਡ। ਓਕੇ, ਸੋ ਆਪਰੇਟਿੰਗ ਸਿਸਟਮ ਇੱਕ ਐਸਾ ਬੜਾ ਸੌਫਟਵੇਅਰ ਹੈ ਜਿਹਦੀ ਹੈਲਪ ਦੇ ਨਾਲ ਆਪਾਂ ਛੋਟੇ ਹੋਰ ਸੌਫਟਵੇਅਰਸ ਹੈ ਜਿਹੜੇ ਉਹਨਾਂ ਨੂੰ ਚਲਾ ਸਕਦੇ, ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ। ਓਕੇ, ਅਗਰ ਆਪਾਂ ਕੰਪਿਊਟਰ ਦੇ ਵਿੱਚ ਗੱਲ ਕਰੀਏ, ਸੋ ਕੰਪਿਊਟਰ ਦੇ ਵਿੱਚ ਜਿਹੜਾ ਵਿੰਡੋਜ਼ ਹੈ ਉਹ ਆਪਰੇਟਿੰਗ ਸਿਸਟਮ ਹੋ ਗਏ। ਓਕੇ, ਸੋ ਇਹਦੇ ਐਗਜ਼ਾਮਪਲ ਕੀ ਹੈ ਕਿ ਸਪੋਜ਼ ਕਰੋ ਤੁਸੀਂ ਕੀਬੋਰਡ 'ਚੋਂ ਕੋਈ ਵੀ ਕੀ ਨੂੰ ਪ੍ਰੈਸ ਕੀਤਾ। ਓਕੇ, ਸੋ ਤੁਸੀਂ ਅਗਰ ਕੀਬੋਰਡ 'ਚੋਂ A ਪ੍ਰੈਸ ਕਰਦੇ ਹੋ, ਤੁਹਾਨੂੰ ਮੋਨੀਟਰ ਤੇ ਸਕਰੀਨ ਤੇ A ਪ੍ਰੈਸ ਕੀਤਾ ਨਜ਼ਰ ਆਊਗਾ। ਉਹ ਕਿਉਂ ਹੋ ਰਿਹਾ? ਡਿਊ ਟੂ ਆਪਰੇਟਿੰਗ ਸਿਸਟਮ। ਓਕੇ, ਸੋ ਇਹ ਲੇਮੈਨ ਟਰਮ ਦੇ ਵਿੱਚ ਤੁਹਾਨੂੰ ਆਪਰੇਟਿੰਗ ਸਿਸਟਮ ਦਾ ਮਤਲਬ ਦੱਸਿਆ, ਬਾਕੀ ਆਪਾਂ ਹੋਰ ਵੀ ਡਿਸਕਸ ਕਰਾਂਗੇ। ਓਕੇ, ਸੋ ਨੈਕਸਟ ਕੁਐਸਚਨ ਦੇਖਦੇ ਹਾਂ, ਵਿਚ ਆਫ ਦ ਫੋਲੋਇੰਗ ਇਜ਼ ਨਾਟ ਅ ਹਾਰਡਵੇਅਰ ਆਫ ਕੰਪਿਊਟਰ। ਹੁਣ ਦੇਖੋ, ਜਿਹੜਾ ਕੰਪਿਊਟਰ ਹੈ, ਕੰਪਿਊਟਰ ਦੇ ਕੁਝ ਐਸੇ ਪਾਰਟਸ ਹੁੰਦੇ ਆ ਜਿਹੜੇ ਹਾਰਡਵੇਅਰ ਹੁੰਦੇ ਆ ਤੇ ਕੁਝ ਐਸੇ ਪਾਰਟਸ ਹੁੰਦੇ ਆ ਜਿਹੜੇ ਕਿ ਸੌਫਟਵੇਅਰ ਦੀ ਕੈਟਾਗਰੀ 'ਚ ਆਉਂਦੇ ਆ। ਹੁਣ ਅਗਰ ਆਪਾਂ ਲੇਮੈਨ ਟਰਮ 'ਚ ਪੜ੍ਹੀਏ, ਹਾਰਡਵੇਅਰ ਕਿਹੜਾ ਹੋ ਗਿਆ? ਹਾਰਡਵੇਅਰ ਐਸਾ ਪਾਰਟ ਹੋ ਗਿਆ ਜਿਹਨੂੰ ਕਿ ਆਪਾਂ ਫਿਜ਼ੀਕਲੀ ਟੱਚ ਕਰ ਸਕਦੇ ਹਾਂ। ਓਕੇ, ਸੋ ਜਿਹੜੇ ਵੀ ਕੰਪਿਊਟਰ ਦੇ ਪਾਰਟਸ ਨੂੰ ਆਪਾਂ ਟੱਚ ਕਰ ਸਕਦੇ ਹਾਂ ਫਿਜ਼ੀਕਲੀ, ਉਹ ਸਾਰੇ ਕੰਪਿਊਟਰ ਦੇ ਹਾਰਡਵੇਅਰ ਪਾਰਟਸ ਹੋ ਗਏ। ਤੇ ਜਿਨ੍ਹਾਂ ਨੂੰ ਆਪਾਂ ਟੱਚ ਨਹੀਂ ਕਰ ਸਕਦੇ, ਜਿਹੜੇ ਪ੍ਰੋਗਰਾਮਸ ਦੀ ਫਾਰਮ 'ਚ ਨੇ, ਕੰਪਿਊਟਰ ਦੇ ਅੰਦਰ ਸਟੋਰ ਨੇ, ਉਹਨਾਂ ਨੂੰ ਆਪਾਂ ਕੀ ਬੋਲਾਂਗੇ? ਸੌਫਟਵੇਅਰ। ਓਕੇ, ਸੋ ਹੁਣ ਤੁਸੀਂ ਇੱਥੇ ਇਮੇਜ ਦੇਖ ਸਕਦੇ ਹੋ, ਇਹਦੇ ਵਿੱਚ ਤੁਹਾਨੂੰ ਕੰਪਿਊਟਰ ਦੇ ਹਾਰਡਵੇਅਰ ਪਾਰਟਸ ਨਜ਼ਰ ਆ ਰਹੇ ਹੈ, ਲਾਈਕ ਸਪੀਕਰਸ, ਮੋਨੀਟਰ, CD, DVD drive, then system unit, printer, hard drive, flash memory, card reader, then floppy disk drive, mouse, DVD discs, okay, then keyboard, floppy disk, ਮਾਈਕ੍ਰੋਫੋਨ। ਇਹ ਸਾਰੇ ਕੀ ਨੇ? ਕੰਪਿਊਟਰ ਦੇ ਹਾਰਡਵੇਅਰ ਨੇ। ਓਕੇ, ਸੋ ਇੱਥੇ ਡੈਫੀਨੇਸ਼ਨ ਦੇਖਦੇ, ਕੰਪਿਊਟਰ ਹਾਰਡਵੇਅਰ ਇਨਕਲੂਡਸ ਦ ਫਿਜ਼ੀਕਲ ਪਾਰਟਸ ਆਫ ਕੰਪਿਊਟਰ। ਕਿਹੜੇ ਕਿਹੜੇ? CPU, ਮੋਨੀਟਰ, ਮਾਊਸ, ਕੀਬੋਰਡ। ਓਕੇ, ਦੈਨ ਕੰਪਿਊਟਰ ਡਾਟਾ ਸਟੋਰੇਜ, ਦੈਨ ਗ੍ਰਾਫਿਕ ਕਾਰਡ, ਸਾਊਂਡ ਕਾਰਡ, ਸਪੀਕਰ, ਮਦਰਬੋਰਡ। ਸੋ ਇਹ ਕੁਐਸਚਨ ਦਾ ਆਨਸਰ ਦੇਖਦੇ ਹਾਂ। ਇਹਦਾ ਆਨਸਰ ਕੀ ਆਏਗਾ ਕਿ ਕਿਹੜਾ ਕੰਪਿਊਟਰ ਦਾ ਹਾਰਡਵੇਅਰ ਪਾਰਟ ਨਹੀਂ ਹੈ? ਮੋਨੀਟਰ,
कीबोर्ड, विंडोज या CPU? ਇਹਦਾ ਆਨਸਰ ਆਏਗਾ C, that is Windows, because Windows ਨੂੰ ਤੁਸੀਂ physically touch ਨਹੀਂ ਕਰ ਸਕਦੇ, ਸੋ ਕਿਹਦੇ ਵਿੱਚ ਆਇਆ? ਸੌਫਟਵੇਅਰ ਦੇ ਵਿੱਚ। ਓਕੇ, ਦੈਨ ਨੈਕਸਟ ਕੁਐਸਚਨ ਹੈ ਵਿਚ ਆਫ ਦ ਫੋਲੋਇੰਗ ਇਜ਼ ਨਾਟ ਅ ਸੌਫਟਵੇਅਰ। ਪਹਿਲਾਂ ਪੁੱਛਿਆ ਸੀ ਕਿਹੜਾ ਹਾਰਡਵੇਅਰ ਨਹੀਂ ਹੈਗਾ, ਹੁਣ ਇਹਨਾਂ ਵਿੱਚੋਂ ਦੱਸਣਾ ਹੈ ਕਿਹੜਾ ਸੌਫਟਵੇਅਰ ਨਹੀਂ ਹੈਗਾ। ਓਕੇ, ਸੋ ਸਭ ਤੋਂ ਪਹਿਲਾਂ ਆਪਾਂ ਕੁਝ ਐਕਸਪਲੇਨੇਸ਼ਨ ਦੇਖਦੇ ਹਾਂ। ਜਿਹੜੀ ਵੀ ਐਕਸਪਲੇਨੇਸ਼ਨ ਹੈ ਇਹ ਸਾਰੀ ਜਿਹੜੇ ਆਈਟੀ ਦੇ ਨੋਟਸ ਹੈ ਉਹਨਾਂ ਵਿੱਚੋਂ ਲਿੱਤੀ ਗਈ ਹੈ, ਸੋ ਤੁਸੀਂ ਇਹ ਐਕਸਪਲੇਨੇਸ਼ਨ ਵੀ ਦੇਖ ਸਕਦੇ ਹੋ। ਓਕੇ, ਬਾਕੀ ਫੁੱਲ ਫਲੈਜ ਅਗਰ ਤੁਸੀਂ ਨੋਟਸ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਡਿਟੇਲਸ ਦਿੱਤੀਆਂ ਹੋਈਆਂ ਡਿਸਕ੍ਰਿਪਸ਼ਨ ਬਾਕਸ, ਤੁਸੀਂ ਉਹ ਦੇਖ ਸਕਦੇ ਹੋ। ਸੋ ਹੁਣ ਆਪਾਂ ਪੜ੍ਹਦੇ ਹਾਂ। ਸੋ ਅਗਰ ਆਪਾਂ ਸੌਫਟਵੇਅਰ ਦੀ ਗੱਲ ਕਰੀਏ ਤਾਂ ਸੌਫਟਵੇਅਰ ਕੀ ਹੁੰਦਾ ਹੈ? ਕੁਝ ਐਸੀ ਇੰਸਟਰਕਸ਼ਨਸ ਹੁੰਦੀਆਂ ਨੇ, ਓਕੇ, ਜਿਹੜੀਆਂ ਕਿ ਕੰਪਿਊਟਰ ਦੇ ਹਾਰਡਵੇਅਰ ਪਾਰਟ ਦੇ ਵਿੱਚ ਸਟੋਰ ਹੁੰਦੀਆਂ ਨੇ ਤੇ ਉਹ ਹੈਲਪ ਕਰਦੀਆਂ ਨੇ ਕੋਈ ਵੀ ਯੂਜ਼ਰ, ਜਿਵੇਂ ਕਿ ਆਪਾਂ ਯੂਜ਼ਰ ਹੈ ਤੇ ਉਹ ਆਪਾਂ ਨੂੰ ਹੈਲਪ ਕਰਦੇ ਆ ਕਿ ਆਪਾਂ ਕੰਪਿਊਟਰ ਤੋਂ ਕੰਮ ਕਰ ਸਕੀਏ। ਓਕੇ, ਸੋ ਜਿਹੜਾ ਸਿਸਟਮ ਸੌਫਟਵੇਅਰ ਹੁੰਦਾ ਹੈ ਉਹ ਕਿਹਦੀ ਤਰੀਕੇ ਨਾਲ ਐਕਟ ਕਰਦਾ ਹੈ? ਇੱਕ ਇੰਟਰਫੇਸ ਦੀ ਤਰ੍ਹਾਂ ਐਕਟ ਕਰਦਾ ਹੈ ਕੰਪਿਊਟਰ ਦੇ ਹਾਰਡਵੇਅਰ ਤੇ ਯੂਜ਼ਰ ਦੇ ਵਿੱਚ। ਓਕੇ, ਇਹਦੇ ਵਿੱਚ ਕੀ ਆ ਜਾਊਗਾ? ਆਪਣਾ ਸੌਫਟਵੇਅਰ, ਜੋ ਕਿ ਇੱਕ ਲਿੰਕ ਬਣਾਉਂਦਾ ਹੈ ਕੰਪਿਊਟਰ ਦੇ ਹਾਰਡਵੇਅਰ ਤੇ ਯੂਜ਼ਰ ਦੇ ਵਿੱਚ। ਓਕੇ, ਦੈਨ ਨੈਕਸਟ ਟਾਈਪਸ ਆਫ ਸੌਫਟਵੇਅਰ। ਹੁਣ ਸਿਸਟਮ ਸੌਫਟਵੇਅਰ ਹੋ ਗਿਆ। ਸਿਸਟਮ ਸੌਫਟਵੇਅਰ ਦੇ ਵਿੱਚ ਆਪਣੇ ਕੋਲ ਕੁਝ ਹੋਰ ਟਾਈਪਸ ਆਉਣਗੀਆਂ। ਓਕੇ, ਸਭ ਤੋਂ ਪਹਿਲਾਂ ਆਪਾਂ ਸਿਸਟਮ ਸੌਫਟਵੇਅਰ ਦੇਖਦੇ ਹਾਂ। ਦੇਖੋ, ਜਿਹੜਾ ਸਿਸਟਮ ਸੌਫਟਵੇਅਰ ਹੁੰਦਾ ਉਹ ਕਲੈਕਸ਼ਨ ਆਫ ਪ੍ਰੋਗਰਾਮਸ ਹੈ ਜਿਹੜੇ ਕਿ ਕੰਟਰੋਲ ਕਰਦੇ ਨੇ ਆਪਰੇਸ਼ਨ ਤੇ ਇੰਟਰਨਲ ਵਰਕਿੰਗ ਕੰਪਿਊਟਰ ਸਿਸਟਮ ਦੀ। ਓਕੇ, ਸਿਸਟਮ ਸੌਫਟਵੇਅਰ ਦਾ ਕੰਮ ਕੀ ਹੁੰਦਾ ਹੈ? ਰੀਡ ਕਰਨਾ ਡਾਟਾ ਇਨਪੁਟ ਡਿਵਾਈਸਿਸ ਤੋਂ ਤੇ ਟ੍ਰਾਂਸਫਰ ਕਰਨਾ ਪ੍ਰੋਸੈਸ ਇਨਫੋਰਮੇਸ਼ਨ ਆਊਟਪੁੱਟ ਡਿਵਾਈਸਿਸ ਤੇ, ਯਾਨੀ ਕਿ ਮੈਨੇਜਰ ਦੀ ਤਰ੍ਹਾਂ ਐਕਟ ਕਰਦਾ ਹੈ। ਓਕੇ, ਇਨਪੁਟ ਡਿਵਾਈਸਿਸ ਤੋਂ ਡਾਟਾ ਲੈਂਦਾ ਹੈ ਤੇ ਉਹ ਡਾਟਾ ਦੇ ਉੱਪਰ ਪੂਰਾ ਵਰਕ ਕਰਕੇ ਜਿਹੜੀ ਉਹਦੇ ਵਿੱਚੋਂ ਇਨਫੋਰਮੇਸ਼ਨ ਆਈ ਉਹਨੂੰ ਆਊਟਪੁੱਟ ਡਿਵਾਈਸਿਸ ਤੱਕ ਭੇਜਦਾ ਹੈ। ਓਕੇ, ਵੀ ਕੈਨ ਨਾਟ ਟੇਕ ਐਨੀ ਵਰਕ ਫਰੋਮ ਕੰਪਿਊਟਰ ਵਿਦਾਊਟ ਇਟ। ਆਪਾਂ ਇਸ ਤੋਂ ਬਿਨਾਂ ਕੰਪਿਊਟਰ ਤੋਂ ਕੋਈ ਵੀ ਕੰਮ ਨਹੀਂ ਲੈ ਸਕਦੇ ਜਦ ਤੱਕ ਆਪਣੇ ਕੋਲ ਸਿਸਟਮ ਸੌਫਟਵੇਅਰ ਨਹੀਂ ਹੈ। ਹੁਣ ਸਿਸਟਮ ਸੌਫਟਵੇਅਰ ਦੀ ਐਗਜ਼ਾਮਪਲ ਕਿਹੜੀ ਹੋਗੀ? ਆਪਰੇਟਿੰਗ ਸਿਸਟਮ। ਓਕੇ, ਆਪਰੇਟਿੰਗ ਸਿਸਟਮ ਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ। ਸੋ ਜਿਹੜਾ ਆਪਰੇਟਿੰਗ ਸਿਸਟਮ ਹੈ ਉਹ ਇੱਕ ਤਰੀਕੇ ਦਾ ਇੰਟਰਫੇਸ ਹੈ ਕੰਪਿਊਟਰ ਯੂਜ਼ਰ ਦੇ ਵਿੱਚ ਤੇ ਕੰਪਿਊਟਰ ਦੇ ਹਾਰਡਵੇਅਰ ਦੇ ਵਿੱਚ। Okay, operating system is a software that communicates with the hardware and allows the program to run. Every desktop computer, tablet, smartphone includes an operating system that provides basic functionality for the device. ਹੁਣ ਕਿਹੜੇ ਕਿਹੜੇ ਪਪੂਲਰ ਟਾਈਪਸ ਆਪਰੇਟਿੰਗ ਸਿਸਟਮ ਦੀਆਂ ਇਹਦੇ ਉੱਪਰ ਵੀ ਕੁਐਸਚਨ ਆਇਆ ਹੋਇਆ ਹੈ। ਕਿਹੜੀ ਕਿਹੜੀ ਟਾਈਪਸ ਹੈ? ਬੈਚ ਆਪਰੇਟਿੰਗ ਸਿਸਟਮ, ਮਲਟੀਟਾਸਕਿੰਗ, ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ, multi processing operating system, real time operating system, then distributed operating system, network operating system ਤੇ mobile operating system। ਓਕੇ, ਅਗਰ ਇਹਦੀ ਆਪਾਂ ਐਗਜ਼ਾਮਪਲ ਦੀ ਗੱਲ ਕਰੀਏ ਤਾਂ ਕਿਹੜੀ ਕਿਹੜੀ ਆ ਗਿਆ? ਮਾਈਕਰੋਸਾਫਟ ਵਿੰਡੋਜ਼ ਹੋ ਗਈ, ਦੈਨ ਐਪਲ ਮੈਕ OS, ਦੈਨ ਲਾਈਨੈਕਸ, ਦੈਨ ਐਂਡਰੋਇਡ ਜਾਂ ਫਿਰ ਐਪਲ iOS। ਓਕੇ, ਸੋ ਇਹ ਸਾਰੀ ਐਗਜ਼ਾਮਪਲਸ ਹੈ। ਉਹ ਤੋਂ ਬਾਅਦ ਨੈਕਸਟ ਆਪਣੇ ਕੋਲ ਐਗਜ਼ਾਮਪਲ ਆਉਂਦੀ ਹੈ ਯੂਟਿਲਿਟੀ ਸੌਫਟਵੇਅਰ ਦੀ। ਓਕੇ, ਜਿਹੜੇ ਯੂਟਿਲਿਟੀ ਸੌਫਟਵੇਅਰ ਹੈ ਉਹ ਵੀ ਬੇਸਿਕਲੀ ਸਿਸਟਮ ਸੌਫਟਵੇਅਰ ਦੀ ਹੀ ਟਾਈਪ ਹੈ, ਸੈਕਿੰਡ ਟਾਈਪ ਹੈ। ਤੇ ਥਰਡ ਟਾਈਪ ਆਪਣੇ ਕੋਲ ਆਊਗੀ ਲੈਂਗੁਏਜ ਟਰਾਂਸਲੇਟਰਸ। ਓਕੇ, ਹੁਣ ਦੇਖੋ ਜਿਹੜਾ ਯੂਟਿਲਿਟੀ ਸੌਫਟਵੇਅਰ ਹੁੰਦਾ ਹੈ ਉਹ ਇੱਕ ਐਸਾ ਸੌਫਟਵੇਅਰ ਹੁੰਦਾ ਹੈ ਜਿਹੜਾ ਕਿ ਹੈਲਪ ਕਰਦਾ ਹੈ ਕੰਪਿਊਟਰ ਨੂੰ ਕਿ ਉਹਦੀ ਮੇਨਟੇਨੈਂਸ ਹੋ ਸਕੇ, ਉਹ ਕਿਸੇ ਵੀ ਚੀਜ਼ ਨੂੰ ਐਨਾਲਾਈਜ਼ ਕਰ ਸਕੇ, ਕੌਨਫਿਗਰ ਕਰ ਸਕੇ। ਓਕੇ, ਹੁਣ ਕੰਪਿਊਟਰ ਦੀ ਮੇਨਟੇਨੈਂਸ ਰਵੇ ਇਹਦੇ ਲਈ ਕੀ ਜ਼ਰੂਰੀ ਹੈ ਕਿ ਅਗਰ ਕੰਪਿਊਟਰ ਦੇ ਵਿੱਚ ਕੋਈ ਵਾਇਰਸ ਆ ਜਾਂਦਾ ਹੈ ਤਾਂ ਉਹ ਵਾਇਰਸ ਨੂੰ ਕਿਵੇਂ ਨਿਕਾਲਣਾ ਹੈ ਉਹਦੇ ਲਈ ਵੀ ਆਪਣੇ ਕੋਲ ਕੋਈ ਸੌਫਟਵੇਅਰ ਹੋਣਾ ਚਾਹੀਦਾ ਹੈ। ਸੋ ਜਿਹੜਾ ਉਹ ਸੌਫਟਵੇਅਰ ਹੋ ਗਿਆ, ਜਿਵੇਂ ਜਿੰਨੇ ਵੀ ਆਪਣੇ ਕੋਲ ਐਂਟੀਵਾਇਰਸ ਸੌਫਟਵੇਅਰ ਹੋ ਗਏ ਉਹ ਸਾਰੇ ਯੂਟਿਲਿਟੀ ਸੌਫਟਵੇਅਰ ਦੀ ਐਗਜ਼ਾਮਪਲ ਹੋ ਗਏ। ਓਕੇ, it is used to support the computer infrastructure in contrast to application software। ਜਿਹੜਾ application software ਹੁੰਦਾ ਉਹਦਾ ਕੰਮ ਕੀ ਹੁੰਦਾ ਹੈ ਕਿ ਆਪਣੇ ਕੋਲ ਜਿਹੜੀ ਵੀ ਐਪਲੀਕੇਸ਼ਨਸ ਹੈ ਆਪਾਂ ਉਹਦੀ ਹੈਲਪ ਨਾਲ ਉਹ ਚਲਾ ਸਕਦੇ ਹਾਂ ਕੰਪਿਊਟਰ ਦੇ ਵਿੱਚ। ਓਕੇ, ਸੋ ਜਿਹੜਾ ਯੂਟਿਲਿਟੀ ਸੌਫਟਵੇਅਰ ਹੋ ਗਿਆ ਉਹ ਹੈਲਪ ਕਰਦਾ ਕਿ ਆਪਾਂ ਕੰਪਿਊਟਰ ਦੀ ਪ੍ਰੋਪਰ ਮੇਨਟੇਨੈਂਸ ਰੱਖ ਪਾਈਏ। ਇਹਦੀ ਐਗਜ਼ਾਮਪਲਸ ਕਿਹੜੀ ਕਿਹੜੀ ਆ ਗਈਆਂ? ਐਂਟੀਵਾਇਰਸ ਸੌਫਟਵੇਅਰ, ਬੈਕਅਪ ਸੌਫਟਵੇਅਰ, ਡਿਸਕ ਟੂਲਸ। ਓਕੇ, ਕਿ ਅਗਰ ਆਪਣਾ ਡਾਟਾ ਇੱਕੋਦਮ ਆਪਣੇ ਤੋਂ ਡਿਲੀਟ ਹੋ ਜਾਂਦਾ ਹੈ ਤਾਂ ਕਿਵੇਂ ਉਹ ਡਾਟਾ ਨੂੰ ਵਾਪਸ ਲੈ ਕੇ ਆਉਣਾ ਹੈ, ਉਹ ਵੀ ਕਿਹਦੀ ਜ਼ਿੰਮੇਵਾਰੀ ਹੈ? ਯੂਟਿਲਿਟੀ ਸੌਫਟਵੇਅਰ ਦੀ। ਸੋ ਨੈਕਸਟ ਹੈ ਲੈਂਗੁਏਜ ਟਰਾਂਸਲੇਟਰ। ਓਕੇ, ਹੁਣ ਦੇਖੋ ਟਰਾਂਸਲੇਟਰ ਕੀ ਹੁੰਦਾ? ਜਿਵੇਂ ਆਪਾਂ ਸਪੋਜ਼ ਕਰਨੇ ਆ ਕਿ ਆਪਣੇ ਕੋਲ ਸਪੋਜ਼ ਦੋ ਪਰਸਨ ਹੈ। ਓਕੇ, ਹੁਣ ਇੱਕ ਪਰਸਨ ਨੂੰ ਇੰਗਲਿਸ਼ ਆਉਂਦੀ ਹੈ, ਇੱਕ ਪਰਸਨ ਨੂੰ ਪੰਜਾਬੀ ਆਉਂਦੀ ਹੈ। ਹੁਣ ਅਗਰ ਇੰਗਲਿਸ਼ ਵਾਲੇ ਨੇ ਪੰਜਾਬੀ ਵਾਲੇ ਨੂੰ ਆਪਣੀ ਗੱਲ ਸਮਝਾਉਣੀ ਹੈ ਜਾਂ ਪੰਜਾਬੀ ਵਾਲੇ ਨੇ ਇੰਗਲਿਸ਼ ਵਾਲੇ ਨੂੰ ਆਪਣੀ ਗੱਲ ਸਮਝਾਉਣੀ ਹੈ ਤਾਂ ਉਹਨਾਂ ਨੂੰ ਇੱਕ ਐਸਾ ਪਰਸਨ ਫਾਈਂਡ ਕਰਨਾ ਪਊਗਾ ਨਾ ਜਿਹਨੂੰ ਇੰਗਲਿਸ਼ ਤੇ ਪੰਜਾਬੀ ਦੋਨੋਂ ਆਉਂਦੀਆਂ ਹੋਣ ਲੈਂਗੁਏਜਸ, ਤਾਂ ਕਿ ਉਹ ਉਹਨਾਂ ਦੀ ਗੱਲ ਨੂੰ ਟਰਾਂਸਲੇਟ ਕਰਕੇ ਅੱਗੇ ਦੱਸ ਸਕੇ। ਓਕੇ, ਸਿਮਿਲਰਲੀ
ਕੰਪਿਊਟਰ ਦੀ ਟਰਮਸ ਦੇ ਵਿੱਚ ਅਗਰ ਆਪਾਂ ਦੇਖੀਏ ਇੱਥੇ ਵੀ ਟਰਾਂਸਲੇਟਰ ਦਾ ਕੰਮ ਇਹੀ ਹੁੰਦਾ ਹੈ ਕਿ ਇੱਕ ਪ੍ਰੋਗਰਾਮਿੰਗ ਲੈਂਗੁਏਜ ਨੂੰ ਕਿਸੇ ਦੂਸਰੀ ਪ੍ਰੋਗਰਾਮਿੰਗ ਲੈਂਗੁਏਜ ਦੇ ਵਿੱਚ ਕਨਵਰਟ ਕਰਨਾ। ਓਕੇ, ਸੋ ਲੈਂਗੁਏਜ ਟਰਾਂਸਲੇਟਰ ਕੀ ਹੁੰਦਾ ਹੈ? ਇਟਸ ਅ ਪ੍ਰੋਗਰਾਮਿੰਗ ਲੈਂਗੁਏਜ processor that converts computer program from one language to another. It takes a program written in source code and converts it into machine code. That is, it translates high level program into machine language program that the central processing unit can understand. ਮੈਂ ਤੁਹਾਨੂੰ ਪਿਛਲੇ ਪਾਰਟ 'ਚ ਵੀ ਦੱਸਿਆ ਸੀ ਕਿ ਜਿਹੜੀ ਹਾਈ ਲੈਵਲ ਲੈਂਗੁਏਜ ਹੁੰਦੀ ਹੈ ਤੇ ਜਿਹੜੀ ਲੋ ਲੈਵਲ ਲੈਂਗੁਏਜ ਹੁੰਦੀ ਹੈ ਉਸ 'ਚ ਕੀ ਡਿਫਰੈਂਸ ਹੁੰਦਾ ਹੈ। ਜਿਹੜੀ ਹਾਈ ਲੈਵਲ ਲੈਂਗੁਏਜ ਹੁੰਦੀ ਹੈ ਉਹ ਐਸੀ ਲੈਂਗੁਏਜ ਹੁੰਦੀ ਹੈ ਜਿਹੜੀ ਹਿਊਮਨਸ ਦੇ ਸਮਝ 'ਚ ਆਉਂਦੀ ਹੈ ਤੇ ਜਿਹੜੀ ਲੋ ਲੈਵਲ ਲੈਂਗੁਏਜ ਹੁੰਦੀ ਹੈ ਉਹ ਐਸੀ ਲੈਂਗੁਏਜ ਹੁੰਦੀ ਹੈ ਜਿਹੜੀ ਕਿ ਮਸ਼ੀਨ ਦੈਟ ਇਜ਼ CPU ਜਿਹਨੂੰ ਅੰਡਰਸਟੈਂਡ ਕਰ ਸਕਦਾ ਹੈ। ਓਕੇ, ਸੋ ਟਰਾਂਸਲੇਟਰ ਦਾ ਕੰਮ ਕੀ ਹੁੰਦਾ ਹੈ? ਹਾਈ ਲੈਵਲ ਲੈਂਗੁਏਜ ਨੂੰ ਲੋ ਲੈਵਲ ਲੈਂਗੁਏਜ ਦੇ ਵਿੱਚ ਕਨਵਰਟ ਕਰਨਾ ਤਾਂ ਕਿ ਜਿਹੜਾ CPU ਹੈ ਉਹ ਇਹਨੂੰ ਸਮਝ ਸਕੇ। ਓਕੇ, ਅਗਰ ਆਪਾਂ ਦੇਖੀਏ ਜਿਹੜਾ ਲੈਂਗੁਏਜ ਟਰਾਂਸਲੇਟਰ ਹੈ ਉਹ ਇੱਕ ਹੋਰ ਚੀਜ਼ ਦੇ ਵਿੱਚ ਹੈਲਪ ਕਰਦਾ ਹੈ। ਉਹ ਕੀ ਹੈ ਕਿ ਐਰਰਸ ਕੱਢਣੀਆਂ ਪ੍ਰੋਗਰਾਮ ਦੇ ਵਿੱਚ। ਓਕੇ, ਹੁਣ ਜਿਹੜਾ ਟਰਾਂਸਲੇਟਰ ਹੈ ਉਹ 3 ਟਾਈਪ ਦਾ ਹੁੰਦਾ ਹੈ। ਕਿਹੜੀ ਟਾਈਪਸ ਹੈ? ਕੰਪਾਈਲਰ, ਦੈਨ ਇੰਟਰਪ੍ਰੇਟਰ ਐਂਡ ਅਸੈਂਬਲਰ। ਓਕੇ, ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕੰਪਾਈਲਰ। ਦੇਖੋ ਜਿਹੜਾ ਕੰਪਾਈਲਰ ਹੈ ਹੁਣ ਇਹਦੇ ਵਿੱਚ ਤੇ ਇੰਟਰਪ੍ਰੇਟਰ ਦੇ ਵਿੱਚ ਮੈਂ ਤੁਹਾਨੂੰ ਇੱਕ ਡਿਫਰੈਂਸ ਦੱਸਦੀ ਹਾਂ ਲੇਮੈਨ ਟਰਮਸ ਦੇ ਵਿੱਚ। ਓਕੇ, ਕੰਪਾਈਲਰ ਤੇ ਇੰਟਰਪ੍ਰੇਟਰ ਦੋਨਾਂ ਦਾ ਕੰਮ ਕੀ ਹੁੰਦਾ ਹੈ? ਹਾਈ ਲੈਵਲ ਲੈਂਗੁਏਜ ਨੂੰ ਕਨਵਰਟ ਕਰਨਾ ਲੋ ਲੈਵਲ ਲੈਂਗੁਏਜ ਦੇ ਵਿੱਚ। ਓਕੇ, ਜਿਹੜਾ ਕੰਪਾਈਲਰ ਹੈ ਉਹ ਪੂਰੇ ਦੇ ਪੂਰੇ ਕੋਡ ਨੂੰ ਇੱਕ ਵਾਰੀ 'ਚ ਹੀ ਕਨਵਰਟ ਕਰ ਦਿੰਦਾ ਹੈ। ਓਕੇ, ਬਟ ਜਿਹੜਾ ਇੰਟਰਪ੍ਰੇਟਰ ਹੈ ਉਹ ਲਾਈਨ ਬਾਈ ਲਾਈਨ ਕਨਵਰਟ ਕਰਦਾ ਹੈ। ਹੁਣ ਦੇਖੋ ਕੰਪਾਈਲਰ ਤੇ ਇੰਟਰਪ੍ਰੇਟਰ। ਹੁਣ ਜਿਹੜਾ ਕੰਪਾਈਲਰ ਹੈ ਉਹ ਹਾਈ ਲੈਵਲ ਲੈਂਗੁਏਜ ਦੇ ਪੂਰੇ ਕੋਡ ਨੂੰ ਇੱਕ ਵਾਰੀ 'ਚ ਹੀ ਕਨਵਰਟ ਕਰ ਦਿੰਦਾ ਹੈ ਲੋ ਲੈਵਲ ਲੈਂਗੁਏਜ ਦੇ ਵਿੱਚ। ਤਾਂ ਇਹਦਾ ਬੈਨੀਫਿਟ ਕੀ ਹੋਊਗਾ ਕਿ ਸਪੀਡ ਬਹੁਤ ਬੜੀ ਹੈ, ਤੇਜ਼ ਸਪੀਡ ਹੈ, ਜਲਦੀ ਜਲਦੀ ਕੰਮ ਕਰਦਾ ਹੈ। ਤੇ ਇੰਟਰਪ੍ਰੇਟ ਦੀ ਕੀ ਹੋ ਜਾਊਗੀ ਕਿ ਸਲੋ ਕੰਮ ਕਰਦਾ ਹੈ ਕੰਪਾਈਲਰ ਦੇ ਕੰਪੈरेटिवली। ਬਟ ਇਹਦਾ ਨੁਕਸਾਨ ਕੀ ਹੈ ਕਿ ਅਗਰ ਐਰਰ ਹੋਇਆ ਕਿਤੇ ਤਾਂ ਪੂਰਾ ਕੋਡ ਜਿਹੜਾ ਹੈ ਉਹ ਚੈੱਕ ਕਰਨਾ ਪਊਗਾ। ਓਕੇ, ਕਿਉਂਕਿ ਉਹ ਇੱਕ ਵਾਰੀ 'ਚ ਹੀ ਪੂਰਾ ਕਨਵਰਟ ਕਰਦਾ ਹੈ। ਬਟ ਜਿਹੜਾ ਇੰਟਰਪ੍ਰੇਟਰ ਹੈ ਕਿਉਂਕਿ ਉਹ ਲਾਈਨ ਬਾਈ ਲਾਈਨ ਕਨਵਰਟ ਕਰ ਰਿਹਾ ਹੈ, ਇੱਕ ਲਾਈਨ ਨੂੰ ਕਨਵਰਟ ਕਰ ਰਿਹਾ ਹਾਈ ਲੈਵਲ ਲੈਂਗੁਏਜ ਤੋਂ ਲੋ ਲੈਵਲ ਲੈਂਗੁਏਜ ਦੇ ਵਿੱਚ, ਤਾਂ ਜਿਹੜੀ ਐਰਰ ਹੈ ਉਹ ਡਿਟੈਕਟ ਕਰਨੀ ਈਜ਼ੀ ਹੈ। ਕੰਪਾਈਲਰ ਦੇ ਵਿੱਚ ਐਰਰ ਨੂੰ ਡਿਟੈਕਟ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਹੈ। ਓਕੇ, ਸੋ ਇਹ ਛੋਟਾ ਜਿਹਾ ਡਿਫਰੈਂਸ ਯਾਦ ਰੱਖਿਓ, ਉਹਦੇ ਉੱਪਰ ਕੁਐਸਚਨਸ ਆਉਂਦੇ ਆ। ਓਕੇ, ਦੈਨ ਇਹ ਹੋ ਗਿਆ ਕੰਪਾਈਲਰ ਤੇ ਇੰਟਰਪ੍ਰੇਟਰ ਦਾ। ਹੁਣ ਆਪਾਂ ਪੜ੍ਹਦੇ ਹਾਂ ਅਸੈਂਬਲਰ ਦਾ। ਜਿਹੜਾ ਅਸੈਂਬਲਰ ਹੈ ਉਹਦਾ ਕੰਮ ਕੀ ਹੈ? ਅਸੈਂਬਲੀ ਲੈਂਗੁਏਜ ਨੂੰ ਅਸੈਂਬਲ ਤੋਂ ਯਾਦ ਰੱਖਿਓ, ਅਸੈਂਬਲੀ ਲੈਂਗੁਏਜ। ਜਿਹੜਾ ਅਸੈਂਬਲਰ ਹੈ ਉਹ ਅਸੈਂਬਲੀ ਲੈਂਗੁਏਜ ਨੂੰ ਕਿਹਦੇ ਵਿੱਚ ਕਨਵਰਟ ਕਰਦਾ ਹੈ? ਮਸ਼ੀਨ ਲੈਂਗੁਏਜ ਦੇ ਵਿੱਚ। ਓਕੇ, ਇਹਦੇ ਬਾਰੇ ਬਸ ਇੰਨੀ ਇੱਕ ਚੀਜ਼ ਤੁਸੀਂ ਯਾਦ ਰੱਖਿਓ। ਸੋ ਨੈਕਸਟ ਹੁਣ ਆਪਣੇ ਕੋਲ ਹੈ ਐਪਲੀਕੇਸ਼ਨ ਸੌਫਟਵੇਅਰ। ਐਪਲੀਕੇਸ਼ਨ ਸੌਫਟਵੇਅਰ ਜਿਹੜਾ ਹੈ ਉਹ ਸਿਸਟਮ ਸੌਫਟਵੇਅਰ ਦੀ ਟਾਈਪ ਹੈ। ਓਕੇ, ਐਪਲੀਕੇਸ਼ਨ ਸੌਫਟਵੇਅਰ ਦਾ ਕੀ ਕੰਮ ਹੈ ਕਿ ਜਿਹੜੀ ਵੀ ਆਪਾਂ ਐਪਲੀਕੇਸ਼ਨਸ ਯੂਜ਼ ਕਰਨੀਆਂ ਉਹਨਾਂ ਨੂੰ ਦੇਖਣਾ। Okay, these are sets of program developed by programmers in order to perform specific types of jobs like creating the documents, making calculation, preparing result reports, creating graphics, arranging data in organized way. Today there are many application software available in market like word processor, spreadsheet, then graphic software, database। ਇਹ ਸਾਰੇ ਕੀ ਨੇ? application software, because ਇਹਦੀ help ਨਾਲ ਆਪਾਂ ਕੋਈ particular ਚੀਜ਼ ਕਰ ਸਕਦੇ ਹਾਂ। ਓਕੇ, ਸੋ ਇੱਕ ਐਪਲੀਕੇਸ਼ਨ ਪ੍ਰੋਵਾਈਡ ਕਰਦੇ ਹਾਂ ਆਪਾਂ ਨੂੰ। ਓਕੇ, ਸੋ ਹੁਣ ਆਪਾਂ ਇਹ ਵਾਲੇ ਕੁਐਸਚਨ ਦਾ ਆਨਸਰ ਦੇਖਦੇ ਹਾਂ ਕਿ ਇਹਨਾਂ ਵਿੱਚੋਂ ਕਿਹੜਾ ਸੌਫਟਵੇਅਰ ਨਹੀਂ ਹੈ? ਸਰਚ ਇੰਜਨ, ਮਦਰਬੋਰਡ, ਕੰਪਾਈਲਰ, ਕਿਹੜਾ ਨਹੀਂ ਹੈ? ਇਹਦਾ ਆਨਸਰ ਆਏਗਾ B। ਓਕੇ, ਸੋ ਨੈਕਸਟ ਹੈ ਇਹਨਾਂ ਵਿੱਚੋਂ ਦੱਸੋ ਕਿਹੜੀ ਟਾਈਪ ਨਹੀਂ ਹੈ ਆਪਰੇਟਿੰਗ ਸਿਸਟਮ ਦੀ। ਸੋ ਹੁਣ ਆਪਾਂ ਡਿਸਕਸ ਕੀਤਾ ਸੀ ਆਪਰੇਟਿੰਗ ਸਿਸਟਮ ਦੇ ਬਾਰੇ। ਓਕੇ, ਸੋ ਇਹਨਾਂ ਵਿੱਚੋਂ ਕਿਹੜੀ ਟਾਈਪ ਨਹੀਂ ਹੈ ਆਪਰੇਟਿੰਗ ਸਿਸਟਮ ਦੀ? ਇਹਦਾ ਆਨਸਰ ਆਏਗਾ A, ਰੀਅਲ ਵੈਲਿਊ ਆਪਰੇਟਿੰਗ ਸਿਸਟਮ, ਬਿਕੋਜ਼ ਰੀਅਲ ਟਾਈਮ ਆਪਰੇਟਿੰਗ ਸਿਸਟਮ ਹੈ, ਡਿਸਟ੍ਰੀਬਿਊਟਿਡ ਵੀ ਹੈਗਾ, ਦੈਨ ਨੈਟਵਰਕ ਵੀ ਹੈਗਾ, ਦੈਨ ਟਾਈਮ ਸ਼ੇਅਰਿੰਗ ਵੀ ਹੈਗਾ। ਓਕੇ, ਸੋ ਰੀਅਲ ਵੈਲਿਊ ਆਪਰੇਟਿੰਗ ਸਿਸਟਮ ਨਹੀਂ ਹੁੰਦਾ। ਸੋ ਨੈਕਸਟ ਕੁਐਸਚਨ ਹੈ UPS ਸਟੈਂਡ ਫॉर। UPS ਦਾ ਮਤਲਬ ਕੀ ਹੁੰਦਾ ਹੈ? ਇਹਦਾ ਆਨਸਰ ਆਏਗਾ C, ਦੈਟ ਇਜ਼ ਅਨਇੰਟਰਪਟਿਡ ਪਾਵਰ ਸਪਲਾਈ। ਹੁਣ ਤੁਸੀਂ ਦੇਖਿਆ ਹੋਊਗਾ ਘਰ ਦੇ ਵਿੱਚ ਵੀ ਕਿ ਜਦੋਂ ਲਾਈਟ ਚਲੀ ਜਾਂਦੀ ਹੈ ਤਾਂ ਜਿਹੜਾ ਕੰਪਿਊਟਰ ਹੈ ਉਹ ਇੱਕੋ ਦਮ ਨਹੀਂ ਬੰਦ ਹੁੰਦਾ, ਉਹਨੂੰ ਥੋੜਾ ਜਿਹਾ ਟਾਈਮ ਹੁੰਦਾ ਤੁਹਾਡੇ ਕੋਲ ਕਿ ਤੁਸੀਂ ਉਹਨੂੰ ਪ੍ਰੋਪਰਲੀ ਸ਼ਟ ਡਾਊਨ ਕਰ ਸਕੋ ਤੇ ਫਿਰ ਉਹਨੂੰ ਬੰਦ ਕਰ ਸਕੋ। ਓਕੇ, ਸੋ ਇਹ ਜਿਹੜੀ ਚੀਜ਼ ਹੈ ਉਹ ਕਿਉਂ ਹੋ ਰਹੀ ਹੈ? ਉਹ UPS ਦੇ ਕਾਰਨ ਹੋ ਰਹੀ ਹੈ। ਮੀਨਸ UPS ਦਾ ਕੰਮ ਕੀ ਹੈ? UPS ਜਿਹੜਾ ਹੈ ਉਹ ਇੱਕ ਤਰੀਕੇ ਦਾ ਬੈਟਰੀ ਬੈਕਅਪ ਹੈ ਕਿ ਅਗਰ ਤੁਹਾਡੀ ਲਾਈਟ ਚਲੀ ਜਾਂਦੀ ਹੈ ਤਾਂ ਵੀ ਤੁਹਾਡੇ ਕੋਲ ਇੱਕ ਬੈਟਰੀ ਬੈਕਅਪ ਰਵੇ ਤਾਂ ਕਿ ਤੁਸੀਂ ਈਜ਼ੀਲੀ ਕੰਪਿਊਟਰ ਨੂੰ ਸ਼ਟ ਡਾਊਨ ਕਰ ਸਕੋ। ਸੋ ਉਹਦੇ ਲਈ ਤੁਹਾਡੇ ਕੋਲ ਕੀ ਚੀਜ਼ ਹੁੰਦੀ ਹੈ? UPS। ਓਕੇ, ਆਈ ਥਿੰਕ ਤੁਹਾਨੂੰ ਲੇਮੈਨ ਟਰਮ ਦੇ ਵਿੱਚ ਸਮਝ ਆ ਗਿਆ ਹੋਊਗਾ UPS ਦਾ ਮਤਲਬ ਕੀ ਹੈ। ਵਿਚ ਆਫ ਦ ਫੋਲੋਇੰਗ ਪ੍ਰਿੰਟਰ ਕੈਨ ਬੀ ਕਲਾਸੀਫਾਈਡ ਐਜ਼ ਪੇਜ ਐਟ ਅ ਟਾਈਮ ਪ੍ਰਿੰਟਰ। ਇਹਨਾਂ ਵਿੱਚੋਂ ਐਸਾ ਕਿਹੜਾ ਪ੍ਰਿੰਟਰ ਹੈ ਜਿਹਨੂੰ ਆਪਾਂ ਪੇਜ ਐਟ ਅ ਟਾਈਮ ਪ੍ਰਿੰਟਰ ਬੋਲਦੇ ਹਾਂ? ਇਹਦਾ ਆਨਸਰ ਆਏਗਾ A, ਦੈਟ ਇਜ਼ ਲੇਜ਼ਰ ਪ੍ਰਿੰਟਰ।
ਓਕੇ, ਜਿਹੜਾ ਲੇਜ਼ਰ ਪ੍ਰਿੰਟਰ ਹੈ ਉਹਨੂੰ ਪੇਜ ਐਟ ਅ ਟਾਈਮ ਪ੍ਰਿੰਟਰ ਬੋਲਦੇ ਆ। ਲੇਜ਼ਰ ਪ੍ਰਿੰਟਿੰਗ ਜਿਹੜੀ ਹੈਗੀ ਉਹ ਇੱਕ ਤਰੀਕੇ ਦੀ ਇਲੈਕਟ੍ਰੋਸਟੈਟਿਕ ਡਿਜੀਟਲ ਪ੍ਰਿੰਟਿੰਗ ਪ੍ਰੋਸੈਸ ਹੈ। ਬੇਸਿਕਲੀ ਲੇਜ਼ਰ ਪ੍ਰਿੰਟਰ ਦੇ ਵਿੱਚ ਕੀ ਹੁੰਦਾ ਹੈ, ਇਹਦੇ ਵਿੱਚ ਹਾਈ ਕੁਆਲਿਟੀ ਟੈਕਸਟ ਤੇ ਗ੍ਰਾਫਿਕਸ ਪ੍ਰੋਡਿਊਸ ਕੀਤੇ ਜਾਂਦੇ ਆ। ਕਿਵੇਂ? ਇੱਕ ਇਹਦੇ ਅੰਦਰ ਡਰਮ ਹੁੰਦਾ ਹੈ, ਠੀਕ ਹੈ, ਉਹ ਡਰਮ ਦੇ ਉੱਪਰ ਜਿਹੜੀ ਲੇਜ਼ਰ ਬੀਮ ਹੈ ਉਹਨੂੰ ਬੈਕ ਐਂਡ ਫੋਰਥ ਮੂਵ ਕਰਵਾਇਆ ਜਾਂਦਾ ਹੈ, ਜਿਹਦੀ ਹੈਲਪ ਦੇ ਨਾਲ ਇੱਕ ਡਿਫਰੈਂਟਲੀ ਚਾਰਜ ਇਮੇਜ ਹੈ ਜਿਹੜੀ ਉਹ ਕ੍ਰੀਏਟ ਹੋ ਜਾਂਦੀ ਹੈ। ਓਕੇ, ਤਾਂ ਜਿਹੜਾ ਡਰਮ ਹੈ ਉਹ ਇਮੇਜ ਨੂੰ ਉਹ ਪੇਪਰ ਦੇ ਉੱਪਰ ਟਰਾਂਸਫਰ ਕਰ ਦਿੰਦਾ ਹੈ। ਓਕੇ, ਤੇ ਉਹ ਤੋਂ ਬਾਅਦ ਜਦੋਂ ਉਹਨੂੰ ਹੀਟ ਮਿਲਦੀ ਹੈ ਉਹ ਪੇਪਰ ਨੂੰ, ਤਾਂ ਇਮੇਜ ਜਿਹੜੀ ਹੈਗੀ ਹੈ ਉਹਦੇ ਉੱਪਰ ਪੂਰੀ ਛਪ ਜਾਂਦੀ ਹੈ ਪੇਪਰ ਦੇ ਉੱਪਰ, ਤੇ ਆਪਣੇ ਕੋਲ ਪ੍ਰਿੰਟ ਹੋ ਕੇ ਪੇਪਰ ਹੈ ਜਿਹੜਾ ਉਹ ਬਾਹਰ ਆ ਜਾਂਦਾ ਹੈ। ਓਕੇ, ਸੋ ਤੁਹਾਨੂੰ ਆਈ ਹੋਪ ਸਮਝ ਆ ਗਿਆ ਹੋਊਗਾ। ਹੁਣ ਬਾਕੀ ਦੇ ਪ੍ਰਿੰਟਰਸ ਬਾਰੇ ਵੀ ਥੋੜੀ ਜਿਹੀ ਇਨਫੋਰਮੇਸ਼ਨ ਦੇਖ ਲੈਂਦੇ ਆ। ਪ੍ਰਿੰਟਰ ਬੇਸਿਕਲੀ ਕੀ ਹੈ, ਇੱਕ ਆਊਟਪੁੱਟ ਡਿਵਾਈਸ ਆਪਣੇ ਕੋਲ। ਓਕੇ, ਜਿਹੜਾ ਆਊਟਪੁੱਟ ਹੈ ਪ੍ਰਿੰਟਰ ਦਾ ਉਹ ਪਰਮਾਨੈਂਟ ਹੁੰਦਾ ਹੈ। ਪ੍ਰਿੰਟਰ ਜਿਹੜੇ ਨੇ ਉਹ ਡਿਫਰੈਂਟ ਟਾਈਪਸ ਦੇ ਹੁੰਦੇ ਆ ਵਿਦ ਸਪੀਡ, ਰੈਜ਼ੋਲੂਸ਼ਨ ਐਂਡ ਸਾਈਜ਼ ਅਵੇਲੇਬਲ ਇਨ ਦਾ ਮਾਰਕੀਟ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਡਾਟ ਮੈਟ੍ਰਿਕਸ ਪ੍ਰਿੰਟਰ ਦੀ। ਜਿਹੜਾ ਡਾਟ ਮੈਟ੍ਰਿਕਸ ਪ੍ਰਿੰਟਰ ਹੁੰਦਾ ਉਹ ਇੱਕ ਐਸਾ ਪ੍ਰਿੰਟਰ ਹੁੰਦਾ ਜਿਹਦੇ ਵਿੱਚ ਇੱਕ ਪ੍ਰਿੰਟ ਹੈਡ ਹੁੰਦਾ ਹੈ ਜਿਹੜਾ ਬੈਕ ਐਂਡ ਫੋਰਥ ਮੂਵ ਕਰਦਾ ਹੈ। ਓਕੇ, ਜਾਂ ਫਿਰ ਅਪ ਐਂਡ ਡਾਊਨ ਮੂਵ ਕਰਦਾ ਹੈ ਪੇਜ ਦੇ ਉੱਪਰ, ਤਾਂ ਕਿ ਆਪਾਂ ਪੇਪਰ ਨੂੰ ਪ੍ਰਿੰਟ ਕਰ ਪਾਈਏ। ਓਕੇ, ਇਹ ਪ੍ਰਿੰਟ ਕਿਵੇਂ ਕਰਦਾ ਹੈ? ਡਾਟਸ ਨੂੰ ਜੁਆਇਨ ਕਰਕੇ। ਇਹਦੀ ਜਿਹੜੀ ਸਪੀਡ ਉਹ ਕਾਫੀ ਜ਼ਿਆਦਾ ਸਲੋ ਹੁੰਦੀ ਹੈ, ਠੀਕ ਹੈ, ਤੇ ਸਾਊਂਡ ਵੀ ਪ੍ਰੋਡਿਊਸ ਹੁੰਦੀ ਹੈ ਜਦੋਂ ਆਪਾਂ ਇਹ ਪ੍ਰਿੰਟਰ ਨਾਲ ਪ੍ਰਿੰਟ ਕਰਦੇ ਹਾਂ। ਸੋ ਤੁਸੀਂ ਆਹ ਇਮੇਜ ਦੇਖ ਸਕਦੇ ਹੋ ਪ੍ਰਿੰਟਰ ਦੀ ਇਹ ਵਾਲੇ। ਓਕੇ, ਸੋ ਸੈਕਿੰਡ ਆਪਣੇ ਕੋਲ ਪ੍ਰਿੰਟਰ ਹੈ ਇੰਕਜੈਟ ਪ੍ਰਿੰਟਰ। ਓਕੇ, it's a type of computer printer that creates digital image by throwing droplets of ink on to a paper। ਇਹਦੇ ਵਿੱਚ ਕੀ ਹੈ ਕਿ ਇੱਕ ਡਿਜੀਟਲ ਇਮੇਜ ਕ੍ਰੀਏਟ ਹੁੰਦੀ ਹੈ। ਕਿਵੇਂ? ਜਦੋਂ ਇੰਕ ਦੇ ਡ੍ਰੌਪਲੇਟਸ ਹੈ ਜਿਹੜੇ ਉਹ ਪੇਪਰ ਦੇ ਉੱਪਰ ਪੈਂਦੇ ਆ। ਇਟ ਪ੍ਰਿੰਟਿੰਗ ਕੁਆਲਿਟੀ ਇਜ਼ ਬੈਟਰ ਦੈਨ ਡਾਟ ਮੈਟ੍ਰਿਕਸ ਪ੍ਰਿੰਟਰ। ਇਹਦੀ ਜਿਹੜੀ ਪ੍ਰਿੰਟਿੰਗ ਕੁਆਲਿਟੀ ਉਹ ਅੱਛੀ ਹੁੰਦੀ ਹੈ ਡਾਟ ਮੈਟ੍ਰਿਕਸ ਪ੍ਰਿੰਟਰ ਤੋਂ। ਵੀ ਕੈਨ ਪ੍ਰਿੰਟ ਗ੍ਰਾਫਿਕਲ ਇਮੇजेस ਵਿਦ ਅ ਗੁੱਡ ਕੁਆਲਿਟੀ। ਕਲਰਡ ਪ੍ਰਿੰਟਰ ਹੁੰਦਾ ਹੈ, ਬਹੁਤ ਸਸਤਾ ਮਿਲ ਜਾਂਦਾ ਹੈ। ਇਟ ਡਜ਼ ਨਾਟ ਪ੍ਰੋਡਿਊਸ ਸਾਊਂਡ ਵਾਈਲ ਵਰਕਿੰਗ, ਤੇ ਇਹਦੀ ਜਿਹੜੀ ਸਪੀਡ ਹੈ ਉਹ ਵੀ ਜ਼ਿਆਦਾ ਹੁੰਦੀ ਹੈ ਡਾਟ ਮੈਟ੍ਰਿਕਸ ਪ੍ਰਿੰਟਰ ਤੋਂ। ਓਕੇ, ਥਰਡ ਆਪਣੇ ਕੋਲ ਲੇਜ਼ਰ ਪ੍ਰਿੰਟਰ ਹੈ, ਇੱਕ ਤਰੀਕੇ ਦਾ ਇਲੈਕਟ੍ਰੋਸਟੈਟਿਕ ਡਿਜੀਟਲ ਪ੍ਰਿੰਟਰ ਹੈ। ਹਾਈ ਕੁਆਲਿਟੀ ਦੀ ਇਮੇजेस ਪ੍ਰੋਡਿਊਸ ਕੀਤੀਆਂ ਜਾਂਦੀਆਂ ਇਹਦੇ ਦੁਆਰਾ। ਬਲੈਕ ਐਂਡ ਵਾਈਟ ਤੇ ਕਲਰਡ ਦੋਨੋਂ ਤਰੀਕੇ ਦਾ ਹੁੰਦਾ ਹੈ, ਠੀਕ ਹੈ। ਥੋੜੇ ਜਿਹੇ ਕਾਸਟਲੀ ਹੁੰਦੇ ਆ ਤੇ ਇਹ ਫਾਸਟੈਸਟ ਹੁੰਦੇ ਆ ਅਮੰਗ ਆਲ ਪ੍ਰਿੰਟਰਸ। ਓਕੇ, ਤੇ ਤੁਹਾਨੂੰ ਇਹ ਵੀ ਦੱਸਦਾ ਕਿ ਇਹਨਾਂ ਨੂੰ ਕਿਹੜਾ ਪ੍ਰਿੰਟਰ ਬੋਲਦੇ ਆ, ਅ ਪੇਜ ਐਟ ਅ ਟਾਈਮ ਪ੍ਰਿੰਟਰ। ਓਕੇ, ਸੋ ਨੈਕਸਟ ਕੁਐਸਚਨ ਆਪਣੇ ਕੋਲ, ਇਹਨਾਂ ਵਿੱਚੋਂ ਕਿਹੜੀ ਇੱਕ ਇਨਪੁਟ ਡਿਵਾਈਸ ਹੈ? ਓਕੇ, ਦੇਖੋ ਹੁਣ ਆਪਣੇ ਕੋਲ ਕੁਝ ਤਿੰਨ ਤਰ੍ਹਾਂ ਦੀਆਂ ਡਿਵਾਈਸਿਸ ਹੁੰਦੀਆਂ ਬੇਸਿਕਲੀ, ਅਗਰ ਆਪਾਂ ਦੇਖੀਏ। ਇਨਪੁਟ ਡਿਵਾਈਸਿਸ, ਦੈਨ ਆਊਟਪੁੱਟ ਡਿਵਾਈਸਿਸ, ਤੇ ਕੁਝ ਐਸੀ ਡਿਵਾਈਸ ਹੁੰਦੀ ਜਿਹੜੀ ਇਨਪੁਟ ਵੀ ਹੁੰਦੀਆਂ ਤੇ ਆਊਟਪੁੱਟ ਦੋਨਾਂ ਦੀ ਤਰ੍ਹਾਂ ਕੰਮ ਕਰਦੀਆਂ ਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਨਪੁਟ ਡਿਵਾਈਸ ਦੀ। ਉਹਦੇ ਲਈ ਇੱਕ ਐਗਜ਼ਾਮਪਲ ਲੈਂਦੇ ਹਾਂ। ਸਪੋਜ਼ ਕਰੋ ਤੁਹਾਡੇ ਕੋਲ ਕੀਬੋਰਡ ਹੈ, ਠੀਕ ਹੈ। ਇੱਥੇ ਆਪਾਂ ਕੀਬੋਰਡ ਨਹੀਂ, ਇੱਥੇ ਆਪਾਂ ਸਪੋਜ਼ ਲੈਪਟਾਪ ਹੀ ਲੈ ਰਹੇ ਹਾਂ। ਓਕੇ, ਸੋ ਇਹ ਹੋ ਗਿਆ ਲੈਪਟਾਪ, ਇਹ ਕੀਜ਼ ਹੋ ਗਿਆ। ਹੁਣ ਦੇਖੋ ਲੈਪਟਾਪ ਦੇ ਵਿੱਚ ਤੁਸੀਂ ਸਪੋਜ਼ ਕੀਬੋਰਡ ਦੇ ਨਾਲ ਜਿਹੜਾ ਲੈਪਟਾਪ ਦਾ ਹੁੰਦਾ ਉਹਦੇ ਵਿੱਚੋਂ ਐਸ ਪ੍ਰੈਸ ਕੀਤਾ। ਓਕੇ, ਉਹ ਐਸ ਤੁਹਾਨੂੰ ਸਕਰੀਨ ਤੇ ਨਜ਼ਰ ਆਇਆ ਜੋ ਤੁਸੀਂ ਪ੍ਰੈਸ ਕੀਤਾ। ਹੁਣ ਦੇਖੋ ਤੁਸੀਂ ਐਸ ਕਿਹਦੀ ਹੈਲਪ ਨਾਲ ਪ੍ਰੈਸ ਕਰ ਰਹੇ ਹੋ? ਕੀਬੋਰਡ ਦੀ ਹੈਲਪ ਨਾਲ। ਤਾਂ ਇਹ ਤੁਹਾਡਾ ਕੀ ਹੋਇਆ? ਇਨਪੁਟ ਡਿਵਾਈਸ। ਤੇ ਆਊਟਪੁੱਟ ਤੁਹਾਨੂੰ ਕਿੱਥੇ ਮਿਲ ਰਹੀ ਹੈ? ਸਕਰੀਨ ਤੇ ਮਿਲ ਰਹੀ ਹੈ। ਸੋ ਇਹ ਕੀ ਹੋਇਆ? ਤੁਹਾਡਾ ਆਊਟਪੁੱਟ ਡਿਵਾਈਸ। ਅਗਰ ਆਪਾਂ ਕੰਪਿਊਟਰ ਦੀ ਗੱਲ ਕਰੀਏ, ਕੰਪਿਊਟਰ ਦੇ ਵਿੱਚ ਕੀਬੋਰਡ ਅਲੱਗ ਹੁੰਦਾ, ਮੋਨੀਟਰ ਅਲੱਗ ਹੁੰਦਾ। ਓਕੇ, ਸੋ ਉਸ ਕੇਸ ਦੇ ਵਿੱਚ ਜਿਹੜਾ ਤੁਹਾਡਾ ਇਨਪੁਟ ਹੈ, ਇਨਪੁਟ ਡਿਵਾਈਸ ਹੈ ਸੌਰੀ, ਉਹ ਕੀ ਹੋ ਗਿਆ? ਕੀਬੋਰਡ। ਤੇ ਆਊਟਪੁੱਟ ਡਿਵਾਈਸ ਹੋ ਗਿਆ ਤੁਹਾਡਾ ਮੋਨੀਟਰ। ਜਿਹੜੀ ਵੀ ਸਕਰੀਨਸ ਹੁੰਦੀਆਂ ਉਹ ਸਾਰੀਆਂ ਆਊਟਪੁੱਟ ਡਿਵਾਈਸਿਸ ਹੁੰਦੀਆਂ ਨੇ। ਓਕੇ, ਕਿਉਂਕਿ ਉੱਥੇ ਤੁਹਾਨੂੰ ਆਊਟਪੁੱਟ ਨਜ਼ਰ ਆਉਂਦਾ ਹੈ। ਜੋ ਵੀ ਤੁਸੀਂ ਕਮਾਂਡ ਦਿੱਤੀ, ਜਿਵੇਂ ਤੁਸੀਂ ਇੱਥੇ ਐਸ ਪ੍ਰੈਸ ਕੀਤਾ ਤਾਂ ਤੁਹਾਨੂੰ ਨਜ਼ਰ ਆ ਰਿਹਾ ਨਾ ਉੱਥੇ ਆਊਟਪੁੱਟ। ਸੋ ਕੀ ਹੋ ਗਿਆ? ਆਊਟਪੁੱਟ ਡਿਵਾਈਸ। ਓਕੇ, ਅਗਰ ਤੁਸੀਂ ਪ੍ਰਿੰਟਰ ਦੀ ਗੱਲ ਕਰੋ, ਪ੍ਰਿੰਟਰ ਵੀ ਇੱਕ ਆਊਟਪੁੱਟ ਡਿਵਾਈਸ ਹੈ, ਬਿਕੋਜ਼ ਆਪਾਂ ਕੰਪਿਊਟਰ ਨੂੰ ਜੋ ਵੀ ਕਮਾਂਡ ਦਿੰਦੇ ਆ ਉਹ ਪ੍ਰਿੰਟ ਹੋ ਕੇ ਆਪਾਂ ਨੂੰ ਐਜ਼ ਏ ਆਊਟਪੁੱਟ ਮਿਲਦਾ ਹੈ। ਓਕੇ, ਸੋ ਇਨਪੁਟ ਆਊਟਪੁੱਟ ਡਿਵਾਈਸਿਸ ਕਿਹੜੀਆਂ ਹੁੰਦੀਆਂ ਨੇ? ਜਿਹੜੇ ਕਿ ਦੋਨਾਂ ਦੀ ਤਰ੍ਹਾਂ ਐਕਟ ਕਰਦੇ, ਇਨਪੁਟ ਡਿਵਾਈਸਿਸ ਦੀ ਤਰ੍ਹਾਂ ਵੀ ਤੇ ਆਊਟਪੁੱਟ ਡਿਵਾਈਸਿਸ ਦੀ ਤਰ੍ਹਾਂ ਵੀ, ਲਾਈਕ ਮੋਡਮ। ਓਕੇ, ਸੋ ਹੁਣ ਆਪਣੇ ਕੋਲ ਇੱਥੇ ਪੁੱਛਿਆ ਇਨਪੁਟ ਡਿਵਾਈਸ ਇਹਨਾਂ ਵਿੱਚੋਂ ਕਿਹੜੀ ਹੈ? ਪ੍ਰਿੰਟਰ, ਵੀਡੀਯੂ, ਟੀਵੀ ਜਾਂ ਫਿਰ ਲਾਈਟ ਪੈਨ। ਇਹਦਾ ਆਨਸਰ ਆਏਗਾ ਡੀ, ਦੈਟ ਇਜ਼ ਲਾਈਟ ਪੈਨ। ਇਹਦੇ ਬਾਰੇ ਆਪਾਂ ਬਾਅਦ ਚ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਵੀਡੀਯੂ ਦੇ ਬਾਰੇ ਵੀ ਦੱਸਣਾ ਚਾਹੁੰਦੀ ਹਾਂ। ਵੀਡੀਯੂ ਦੀ ਫੁੱਲ ਫਾਰਮ ਕੀ ਹੁੰਦੀ ਹੈ? ਵਿਜ਼ੂਅਲ ਡਿਸਪਲੇ ਯੂਨਿਟ। ਓਕੇ, ਵੀਡੀਓ ਵੀ ਇੱਕ ਤਰੀਕੇ ਦਾ ਮੋਨੀਟਰ ਹੀ ਹੁੰਦਾ ਹੈ। ਓਕੇ, ਸੋ ਇਹਦਾ ਆਨਸਰ ਆਏਗਾ ਡੀ, ਦੈਟ ਇਜ਼ ਲਾਈਟ ਪੈਨ। ਹੁਣ ਕੁਝ ਹੋਰ ਇਹਦੇ ਬਾਰੇ ਐਕਸਪਲੇਨੇਸ਼ਨ ਦੇਖਦੇ ਹਾਂ। ਇਨਪੁਟ ਡਿਵਾਈਸਿਸ ਕਿਹੜੇ ਹੁੰਦੇ ਹਨ? ਇਨਪੁਟ ਡਿਵਾਈਸ ਇਜ਼ ਅ ਹਾਰਡਵੇਅਰ ਡਿਵਾਈਸ that sends data to computer allowing users to interact with and control it।
Devices that gives data and instructions to computer are known as input devices। ਉਹ ਸਾਰੇ devices ਜਿਹਦੀ help ਦੇ ਨਾਲ ਆਪਾਂ ਕੰਪਿਊਟਰ ਨੂੰ instructions ਦੇ ਸਕਦੇ ਹਾਂ ਜਾਂ ਫਿਰ data feed ਕਰ ਸਕਦੇ ਹਾਂ, ਉਹਨਾਂ ਨੂੰ ਬੋਲਦੇ ਹਾਂ input devices। input devices ਜਿਹੜੀਆਂ ਨੇ ਉਹ ਕਾਹਦੇ ਲਈ ਜ਼ਰੂਰੀ ਹੁੰਦੀਆਂ ਤਾਂ ਕਿ ਆਪਾਂ ਕੰਪਿਊਟਰ ਨੂੰ input provide ਕਰ ਸਕੀਏ। ਓਕੇ, ਸੋ ਇਹਦੇ ਵਿੱਚ ਤੁਸੀਂ ਦੇਖੋ ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਲਾਈਟ ਪੈਨ ਦੇ ਬਾਰੇ, ਜੋ ਕਿ ਇੱਕ ਇਨਪੁਟ ਡਿਵਾਈਸ ਹੈ, ਇੱਕ ਤਰੀਕੇ ਦੀ ਪੁਆਇੰਟਿੰਗ ਡਿਵਾਈਸ ਹੈ। ਓਕੇ, ਇਟ ਇਜ਼ ਜਸਟ ਲਾਈਕ ਅ ਪੈਨ ਐਂਡ ਇਜ਼ ਕਨੈਕਟਡ ਟੂ VDU। ਇਹਨੂੰ VDU ਦੇ ਨਾਲ ਕਨੈਕਟ ਕੀਤਾ ਜਾਂਦਾ ਤਾਂ ਕਿ ਆਪਣੇ ਕੋਲ ਆਊਟਪੁੱਟ ਹੈ ਜਿਹੜਾ VDU ਦੇ ਉੱਪਰ ਮਿਲ ਸਕੇ। ਓਕੇ, the tip of light pen contains a light sensitive element which when placed against the screen detects the light from the screen, enabling the computer to identify the location of the pen on the screen। Light pen have advantage of drawing directly on the screen। Okay, then ਇਹਦੇ ਵਿੱਚ ਨਾ ਇੱਕ ਜੋਇਸਟਿਕ ਦੇ ਉੱਪਰ ਵੀ ਕਈ ਐਗਜ਼ਾਮਸ ਦੇ ਵਿੱਚ ਕੁਐਸਚਨ ਬਹੁਤ ਪੁੱਛਿਆ ਜਾਂਦਾ ਹੈ। ਸੋ ਤੁਸੀਂ ਜੋਇਸਟਿਕ ਦੇ ਬਾਰੇ ਵੀ ਯਾਦ ਰੱਖਿਓ, ਜੋ ਇੱਕ ਇਨਪੁਟ ਡਿਵਾਈਸ ਹੈ। ਜਿਹੜੀ ਜੋਇਸਟਿਕ ਹੈ ਇਹਦੇ ਵਿੱਚ ਇੱਕ ਬੇਸ ਹੁੰਦਾ ਹੈ ਤੇ ਸਟਿਕ ਹੁੰਦੀ ਹੈ ਜਿਹਨੂੰ ਕਿ ਆਪਾਂ ਕਿਸੇ ਵੀ ਡਾਇਰੈਕਸ਼ਨ ਦੇ ਵਿੱਚ ਮੂਵ ਕਰ ਸਕਦੇ ਹਾਂ। ਇਟ ਹੈਜ਼ ਲੈਵਲਰ ਦੈਟ ਮੂਵਸ ਇਨ ਆਲ ਡਾਇਰੈਕਸ਼ਨ ਐਂਡ ਕੰਟਰੋਲ ਦਾ ਮੂਵਮੈਂਟ ਆਫ ਅ ਪੁਆਇੰਟਰ। ਓਕੇ, ਇਹ ਡਾਇਰੈਕਸ਼ਨ ਨੂੰ ਕੰਟਰੋਲ ਕਰਨ ਦੇ ਲਈ ਇਹਦਾ ਯੂਜ਼ ਕੀਤਾ ਜਾਂਦਾ ਹੈ। It is often used to play video games and usually have one or more push buttons। Video games ਦੇ ਵਿੱਚ ਇਹਦਾ ਬਹੁਤ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈ। ਓਕੇ, ਸੋ ਇਹਦਾ ਆਨਸਰ ਕੀ ਆਣਾ ਸੀ? ਡੀ। ਦੈਨ ਸੋ ਨੈਕਸਟ ਕੁਐਸਚਨ ਹੈ ਕਿ ਜਿਹੜੇ ਬਾਰਕੋਡ ਸਿੰਬਲਸ ਹੈ ਉਹਨਾਂ ਨੂੰ ਬਾਰਕੋਡ ਰੀਡਰ ਰੀਡ ਕਰਦਾ ਹੈ ਕਿਹੜੀ ਚੀਜ਼ ਨੂੰ ਯੂਜ਼ ਕਰਦੇ ਹੋਏ? ਫੋਟੋ ਇਲੈਕਟ੍ਰਿਕ ਸਕੈਨਰ, ਪ੍ਰਿੰਟਰ, ਕੀਬੋਰਡ ਜਾਂ ਮਾਊਸ। ਇਹਦਾ ਆਨਸਰ ਕੀ ਆਏਗਾ? A, that is photo electric scanner। ਹੁਣ ਬਾਰਕੋਡ ਰੀਡਰ ਬਾਰੇ ਪੜ੍ਹ ਲਓ। ਜਿਹੜਾ ਬਾਰਕੋਡ ਰੀਡਰ ਆ ਉਹ ਇਲੈਕਟ੍ਰੋਨਿਕ ਡਿਵਾਈਸ ਹੈ ਜਿਹਨੂੰ ਕਿ ਕਾਹਦੇ ਲਈ ਯੂਜ਼ ਕੀਤਾ ਜਾਂਦਾ ਹੈ? ਬਾਰਕੋਡਸ ਨੂੰ ਰੀਡ ਕਰਨ ਦੇ ਲਈ। ਜਿਵੇਂ ਕਿ ਸਪੋਜ਼ ਕਰੋ ਤੁਸੀਂ ਕਿਸੇ ਵੀ ਆਈਟਮ ਦੀ ਪ੍ਰਾਈਸ ਦੇਖਣੀ ਹੈ, ਸੋ ਤੁਸੀਂ ਉਹਦੀ ਪ੍ਰਾਈਸ ਹੈ ਜਿਹੜੀ ਉਹ ਆਰਾਮ ਨਾਲ ਡਿਟਰਮਾਈਨ ਕਰ ਸਕਦੇ ਹੋ ਇਸ ਦੀ ਹੈਲਪ ਦੇ ਨਾਲ। It is fixed input gadget that is used to capture and read information enclosed in a barcode। Okay, ਇੱਕ ਤਰੀਕੇ ਦਾ input gadget ਹੈ। This device consists of scanner। ਇਹਦੇ ਵਿੱਚ ਕਿਹੜੀ ਚੀਜ਼ ਲੱਗੀ ਹੁੰਦੀ ਹੈ? ਸਕੈਨਰ, ਜੋ ਕਿ ਬਾਰਕੋਡ ਨੂੰ ਸਕੈਨ ਕਰਦਾ ਹੈ। ਓਕੇ, ਸੋ ਇਹਦਾ ਆਨਸਰ ਕੀ ਆਏਗਾ? A। ਦੈਨ ਨੈਕਸਟ ਦੇਖੋ, ਇਹਨਾਂ ਵਿੱਚੋਂ ਐਸੇ ਕਿਹੜਾ ਗਰੁੱਪ ਹੈ ਜਿਹਦੇ ਵਿੱਚ ਸਾਰੇ ਦੇ ਸਾਰੇ ਇਨਪੁਟ ਡਿਵਾਈਸਿਸ ਹੈ? ਪਹਿਲਾ ਕੀ ਹੈ? ਮਾਊਸ, ਕੀਬੋਰਡ, ਮੋਨੀਟਰ। ਮਾਊਸ ਇਨਪੁਟ ਹੈ, ਕੀਬੋਰਡ ਇਨਪੁਟ ਹੈ, ਬਟ ਜਿਹੜਾ ਮੋਨੀਟਰ ਹੈ ਉਹ ਆਊਟਪੁੱਟ ਹੈ, ਸੋ ਆਪਸ਼ਨ 1 ਕੈਂਸਲ। ਸੈਕਿੰਡ, ਮਾਊਸ, ਕੀਬੋਰਡ, ਪਲੋਟਰ। ਜਿਹੜਾ ਪਲੋਟਰ ਹੈ ਉਹ ਵੀ ਇੱਕ ਤਰੀਕੇ ਦਾ ਆਊਟਪੁੱਟ ਡਿਵਾਈਸ ਹੁੰਦਾ ਹੈ, ਸੋ ਇਹਦਾ ਇਹ ਵੀ ਆਪਸ਼ਨ ਹੈ ਜਿਹੜਾ ਉਹ ਗਲਤ ਹੈ। ਥਰਡ, ਪ੍ਰਿੰਟਰ ਆ ਗਿਆ। ਮਾਊਸ ਤੇ ਕੀਬੋਰਡ ਸੇਮ ਹੈ, ਸੋ ਜਿਹੜਾ ਪ੍ਰਿੰਟਰ ਹੈ ਉਹ ਵੀ ਇੱਕ ਆਊਟਪੁੱਟ ਡਿਵਾਈਸ ਹੈ, ਸੋ ਸੀ ਆਪਸ਼ਨ ਵੀ ਗਲਤ ਹੈ। ਸੋ ਇਹਦਾ ਆਨਸਰ ਕੀ ਆਏਗਾ? ਡੀ, ਮਾਊਸ, ਕੀਬੋਰਡ, ਸਕੈਨਰ। ਇਹ ਸਾਰੇ ਦੇ ਸਾਰੇ ਕੀ ਨੇ? ਇਨਪੁਟ ਡਿਵਾਈਸਿਸ ਨੇ। ਓਕੇ, ਦੈਨ ਨੈਕਸਟ, which one works as input as well as output device for computer। ਇਹਨਾਂ ਵਿੱਚੋਂ ਐਸਾ ਕਿਹੜਾ ਜਿਹੜਾ ਕਿ ਇਨਪੁਟ ਦੀ ਤਰ੍ਹਾਂ ਵੀ ਕੰਮ ਕਰਦਾ ਹੈ ਤੇ ਆਊਟਪੁੱਟ ਦੀ ਤਰ੍ਹਾਂ ਵੀ ਕੰਮ ਕਰਦਾ ਹੈ? ਹੁਣ ਤੁਸੀਂ ਇੱਥੇ ਇਮੇਜ ਦੇਖ ਸਕਦੇ ਹੋ, ਇਹਦੇ ਵਿੱਚ कीबोर्ड हो गया, ऑप्टिकल पेन, जॉयस्टिक, स्कैनर, बारकोड रीडर, ये सारे इनपुट डिवाइसेस हैं। देन हेडफोन्स, हेडसेट, देन स्क्रीन, प्लॉटर, ओके, स्पीकर्स, प्रिंटर, ਇਹ ਸਾਰੇ ਕੀ ਨੇ? ਆਊਟਪੁੱਟ ਡਿਵਾਈਸਿਸ ਹੈ। ਬਟ ਕੁਝ ਐਸੇ ਡਿਵਾਈਸ ਹੈ ਜਿਹੜੇ ਇਨਪੁਟ ਦੀ ਤਰ੍ਹਾਂ ਵੀ ਕੰਮ ਕਰਦੇ ਤੇ ਆਊਟਪੁੱਟ ਦੀ ਤਰ੍ਹਾਂ ਵੀ ਕੰਮ ਕਰਦੇ ਹੈ। ਉਹ ਕਿਹੜੇ ਕਿਹੜੇ ਡਿਵਾਈਸਿਸ ਹੈ? ਡਿਜੀਟਲ ਕੈਮਰਾ, ਪੈਨ ਡਰਾਈਵ, ਟੱਚ ਸਕਰੀਨ, CD, DVD, ਦੈਨ ਵੈਬਕੈਮ, ਫੈਕਸ ਐਂਡ ਮੋਡਮ। ਸੋ ਇਹਦੇ ਵਿੱਚ ਆਨਸਰ ਕੀ ਆਏਗਾ? B, that is modem, ਜਿਹੜਾ ਕਿ ਇਨਪੁਟ ਡਿਵਾਈਸ ਦੀ ਤਰ੍ਹਾਂ ਵੀ ਕੰਮ ਕਰਦਾ ਹੈ ਤੇ ਆਊਟਪੁੱਟ ਡਿਵਾਈਸ ਦੀ ਤਰ੍ਹਾਂ ਵੀ ਕੰਮ ਕਰਦਾ ਹੈ। ਓਕੇ, ਸੋ ਥੈਂਕ ਯੂ ਸੋ ਮਚ ਫॉर वाचिंग माय ਲੈਕਚਰ। ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ। ਅੱਜ ਲਈ ਇੰਨਾ ਹੀ।